आज ਅਸੀਂ ਇਸ ਲੈਕਚਰ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਚੈਪਟਰ ਨੰਬਰ 8 ਆਫ ਇੰਡੀਅਨ ਐਵੀਡੈਂਸ ਐਕਟ 1872 which is dealing with the principle of estoppel। ਪ੍ਰਿੰਸੀਪਲ ਆਫ estoppel ਇੱਕ ਰੂਲ ਆਫ ਇਕੁਇਟੀ ਹੈਗਾ ਹੈ, ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਅਗਰ ਮੰਨ ਲਓ ਅਗਰ ਤੁਸੀਂ ਕਿਸੇ ਵਿਅਕਤੀ ਨੂੰ ਕੋਈ ਸਟੇਟਮੈਂਟ ਦਿੱਤੀ ਹੈ ਤੇ ਅਗਰ ਉਹ ਸਟੇਟਮੈਂਟ ਝੂਠੀ ਹੈਗੀ ਆ, ਕੱਲ ਉਸ ਸਟੇਟਮੈਂਟ ਤੋਂ ਤੁਸੀਂ ਇਨ ਫਿਊਚਰ ਦੇ ਵਿੱਚ ਮੁੱਕਰ ਨਹੀਂ ਸਕਦੇ। ਫॉर एग्जाम्पल ਦੇ ਤੌਰ ਦੇ ਉੱਤੇ 115 ਨੂੰ ਸ਼ੁਰੂ ਕਰਾਉਣ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਇਸ ਨੂੰ ਸਮਝਾਉਣਾ ਚਾਹੂੰਗਾ। A ਅਤੇ B ਦੇ ਦਰਮਿਆਨ ਇੱਕ 5 ਅਕਤੂਬਰ ਸਨ 2020 ਦੇ ਵਿੱਚ ਇੱਕ ਐਗਰੀਮੈਂਟ ਹੋ ਗਿਆ ਕਿ 12 ਅਕਤੂਬਰ 2020 ਦੇ ਵਿੱਚ A ਆਪਣੀ ਪ੍ਰਾਪਰਟੀ B ਨੂੰ ਵੇਚੇਗਾ। 5 ਅਕਤੂਬਰ 2020 ਦੇ ਵਿੱਚ A ਤੇ B ਦੇ ਦਰਮਿਆਨ ਇੱਕ ਐਗਰੀਮੈਂਟ ਹੋ ਗਿਆ ਕਿ 12 ਅਕਤੂਬਰ ਸਨ 2020 ਦੇ ਵਿੱਚ A ਇੱਕ ਪਾਰਟਿਕੂਲਰ ਪ੍ਰਾਪਰਟੀ B ਨੂੰ ਵੇਚੇਗਾ ਤੇ A ਕਹਿ ਰਿਹਾ ਹੈ ਕਿ I am the owner of this particular property। What was the reality? 5 ਅਕਤੂਬਰ 2020 ਦੇ ਵਿੱਚ A ਉਸ ਪ੍ਰਾਪਰਟੀ ਦਾ ਮਾਲਕ ਨਹੀਂ ਸੀ ਹੈਗਾ। He becomes the owner of this particular property on 9th of October 2020। 9 ਅਕਤੂਬਰ 2020 ਦੇ ਵਿੱਚ ਉਹਦਾ ਮਾਲਕ ਬਣਿਆ। ਜਿੱਦਣ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣੀ ਸੀ, A ਤਹਿਸੀਲ ਦੇ ਵਿੱਚ ਨਹੀਂ ਆਇਆ ਤੇ B ਨੇ A ਦੇ ਖਿਲਾਫ ਸਿਵਲ ਸੂਟ ਫਾਈਲ ਕਰ ਦਿੱਤਾ, ਸੂਟ ਫॉर ਸਪੈਸੀਫਿਕ ਪਰਫਾਰਮੈਂਸ। ਉਸ ਸੂਟ ਦੇ ਵਿੱਚ ਅਗਰ ਇਹ ਕਹਿੰਦਾ ਏ ਕਿ ਮੈਂ ਐਗਰੀਮੈਂਟ ਤਾਂ ਕੀਤਾ ਸੀ 5 ਅਕਤੂਬਰ 2020 ਨੂੰ, ਪਰ ਐਗਰੀਮੈਂਟ ਕਰਨ ਦੇ ਟਾਈਮ ਦੇ ਉੱਤੇ ਮੈਂ ਉਸ ਪ੍ਰਾਪਰਟੀ ਦਾ ਮਾਲਕ ਨਹੀਂ ਸੀ ਹੈਗਾ, ਇਸ ਕਰਕੇ ਆਈ ਐਮ ਨਾਟ ਬਾਉਂਡ ਬਾਈ ਡੈਟ ਐਗਰੀਮੈਂਟ। ਕੋਰਟ ਨੇ ਇੱਕ ਗੱਲ ਦੇਖਣੀ ਹੈ ਕਿ ਵੈਦਰ ਔਨ 5 ਅਕਤੂਬਰ 2020 ਯੂ ਮੇਡ ਦੀ ਐਗਰੀਮੈਂਟ ਵਿਦ B ਔਰ ਨਾਟ। ਅਗਰ A ਨੇ 5 ਅਕਤੂਬਰ 2020 ਦੇ ਵਿੱਚ B ਦੇ ਨਾਲ ਇੱਕ ਐਗਰੀਮੈਂਟ ਕੀਤਾ ਜਿਹਦੇ ਵਿੱਚ ਉਹਨੇ ਝੂਠ ਬੋਲਿਆ ਸੀ ਕਿ ਹੀ ਵਾਸ ਦੀ ਓਨਰ ਆਫ ਦਿਸ ਪਾਰਟਿਕੂਲਰ ਪ੍ਰਾਪਰਟੀ, ਤੇ ਕੱਲ ਇਨ ਫਿਊਚਰ ਉਹ ਅਗਰ ਉਸ ਪ੍ਰਾਪਰਟੀ ਦਾ ਮਾਲਕ ਬਣ ਜਾਂਦਾ ਏ ਤਾਂ ਆਪਣੀ ਪਿਛਲੇ ਐਗਰੀਮੈਂਟ ਤੋਂ ਉਹ ਮੁੱਕਰ ਨਹੀਂ ਸਕਦਾ। ਸੋ ਦਿਸ ਇਜ਼ ਦਾ ਪ੍ਰਿੰਸੀਪਲ ਆਫ estoppel ਕਿ ਪ੍ਰਾਣ ਜਾਏ ਪਰ ਵਚਨ ਮਤ ਜਾਏ। ਅਗਰ ਤੁਸੀਂ ਕਿਸੇ ਚੀਜ਼ ਦਾ ਵਚਨ ਦੇ ਦਿੱਤਾ, ਅਗਰ ਕੋਈ ਤੁਸੀਂ ਸਟੇਟਮੈਂਟ ਦੇ ਦਿੱਤੀ ਆ ਤੇ ਤੁਹਾਡੀ ਸਟੇਟਮੈਂਟ ਦੇ ਬਲੀਫ ਦੇ ਵਿੱਚ ਦੂਸਰੇ ਪਰਸਨ ਨੇ ਕੋਈ ਕੰਮ ਕਰ ਦਿੱਤਾ ਤੇ ਕੱਲ ਇਨ ਫਿਊਚਰ ਦੇ ਵਿੱਚ ਨਾ ਤੁਸੀਂ ਤੇ ਨਾ ਤੁਹਾਡਾ ਕੋਈ ਰਿਪਰੈਜ਼ੈਂਟੇਟਿਵ ਉਸ ਰਿਪਰੈਜ਼ੈਂਟੇਸ਼ਨ ਤੋਂ ਪਿੱਛੇ ਨਹੀਂ ਹਟ ਸਕਦਾ। ਸੋ ਆਓ ਜੀ ਇੱਕ ਵਾਰ ਪੜ੍ਹਦੇ ਹਾਂ ਸੈਕਸ਼ਨ ਨੰਬਰ 115 ਦੀ ਬੇਅਰ ਲੈਂਗੁਏਜ ਨੂੰ, तो फिर उस बेयर लैंग्वेज ਨੂੰ ਇੱਕ ਇਲਸਟ੍ਰੇਸ਼ਨ ਦੇ ਉੱਤੇ ਅਪਲਾਈ ਕਰਕੇ 115 ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। तो ਕੀ ਲਿਖਿਆ ਹੈ ਜੀ 115 ਦੇ ਵਿੱਚ? estoppel when one person, ਜਦੋਂ ਇੱਕ ਵਿਅਕਤੀ has by his declaration, ਅਗਰ ਉਹ ਡਿਕਲੇਅਰ ਕਰਦਾ ਵਾ ਕਿਸੇ ਪਾਰਟਿਕੂਲਰ ਚੀਜ਼ ਦੇ ਬਾਰੇ ਜਾਂ ਕੋਈ ਐਕਟ ਕਰਦਾ ਜਾਂ ਓਮਿਸ਼ਨ ਕਰਦਾ ਹੈ, ਇਹ ਡਿਕਲੇਰੇਸ਼ਨ ਐਕਟ ਜਾਂ ਓਮਿਸ਼ਨ ਇੰਟੈਂਸ਼ਨਲੀ ਉਹਨੇ ਕੀਤੀ ਆ ਤੇ ਇਸ ਡਿਕਲੇਰੇਸ਼ਨ ਐਕਟ ਜਾਂ ਓਮਿਸ਼ਨ ਦੇ ਨਾਲ ਉਸਨੇ ਦੂਸਰੇ ਵਿਅਕਤੀ ਨੂੰ ਕੌਸ ਕਰ ਦਿੱਤਾ, ਮਤਲਬ ਇਹ ਗੱਲ ਮੰਨਣ ਦੇ ਉੱਤੇ ਮਜਬੂਰ ਕਰ ਦਿੱਤਾ ਕਿ ਇਹ ਚੀਜ਼ ਸੱਚੀ ਸੀ ਜੋ ਕਿ ਅਸਲ ਦੇ ਵਿੱਚ ਕੀ ਸੀ? ਝੂਠੀ ਸੀ। ਤੇ ਜਾਂ ਅਗਰ ਦੂਸਰਾ ਵਿਅਕਤੀ ਉਸ ਸਟੇਟਮੈਂਟ ਨੂੰ ਸੱਚ ਮੰਨਦਾ ਪਿਆ, ਉਹ ਕਹਿੰਦਾ ਕੋਈ ਗੱਲ ਨਹੀਂ, ਸੱਚ ਮੰਨੀ ਜਾਵੇ, ਮੇਰੀ ਝੂਠੀ ਸਟੇਟਮੈਂਟ ਨੂੰ ਦੂਸਰਾ ਵਿਅਕਤੀ ਸੱਚ ਮੰਨੀ ਜਾਵੇ, ਉਸਨੇ ਪਰਮਿਟ ਕਰ ਦਿੱਤਾ ਅਨਦਰ ਪਰਸਨ ਟੂ ਬਲੀਵ ਇਟ ਥਿੰਗ ਟੂ ਬੀ ਟਰੂ, ਜੋ ਕਿ ਅਸਲ ਦੇ ਵਿੱਚ ਸੱਚੀ ਨਹੀਂ ਸੀ ਹੈਗੀ। ਤੇ ਉਸ ਦੂਸਰੇ ਵਿਅਕਤੀ ਨੇ ਉਸ ਡਿਕਲੇਰੇਸ਼ਨ ਐਕਟ ਜਾਂ ਓਮਿਸ਼ਨ ਦੇ ਬੇਸਿਸ ਦੇ ਉੱਤੇ ਕੋਈ ਕੰਮ ਵੀ ਕਰ ਦਿੱਤਾ ਅਪਨ ਸੱਚ ਬਲੀਫ ਐਂਡ ਟੂ ਐਕਟ ਅਪਨ ਸੱਚ ਬਲੀਫ। ਤੇ ਉਸ ਤੋਂ ਬਾਅਦ ਵਿੱਚ ਉਹ ਪਹਿਲਾ ਵਿਅਕਤੀ ਜਾਂ ਉਸ ਪਹਿਲੇ ਵਿਅਕਤੀ ਦਾ ਕੋਈ ਰਿਪਰੈਜ਼ੈਂਟੇਟਿਵ ਨੂੰ ਪਰਮਿਸ਼ਨ ਨਹੀਂ ਕੋਰਟ ਨੇ ਦੇਣੀ ਕਿਸੇ ਸੂਟ ਜਾਂ ਪ੍ਰੋਸੀਡਿੰਗ ਦੇ ਵਿੱਚ between himself and such person or his representative to deny the truth of that thing। ਕਹਿਣ ਦਾ ਮਤਲਬ ਅਗਰ ਤੁਸੀਂ ਕੋਈ ਚੀਜ਼ ਨੂੰ ਸੱਚ ਮੰਨਣ ਦੇ ਉੱਤੇ ਦੂਸਰੇ ਵਿਅਕਤੀ ਨੂੰ ਮਜਬੂਰ ਕਰ ਦਿੱਤਾ by your declaration act or omission, ਤੇ ਕੱਲ ਇਨ ਫਿਊਚਰ ਦੇ ਵਿੱਚ ਕਿਸੇ ਸੂਟ ਜਾਂ ਪ੍ਰੋਸੀਡਿੰਗ ਦੇ ਵਿੱਚ ਨਾ ਤੁਸੀਂ ਨਾ ਕੋਈ ਤੁਹਾਡਾ ਰਿਪਰੈਜ਼ੈਂਟੇਟਿਵ ਉਸ ਵਿਅਕਤੀ ਦੇ ਖਿਲਾਫ ਤੇ ਜਾਂ ਉਸ ਵਿਅਕਤੀ ਦੇ ਰਿਪਰੈਜ਼ੈਂਟੇਟਿਵ ਦੇ ਖਿਲਾਫ ਉਸ ਸਟੇਟਮੈਂਟ ਨੂੰ ਝੂਠਾ ਨਹੀਂ ਕਹਿ ਸਕਦੇ। तो I want to repeat, when one person has by his declaration act or omission intentionally caused or permitted another person to believe a thing to be true, ਜੋ ਕਿ ਅਸਲ ਦੇ ਵਿੱਚ
ਸੱਚੀ ਨਹੀਂ ਸੀ ਹੈਗੀ, ਤੇ ਦੂਸਰੇ ਵਿਅਕਤੀ ਨੂੰ ਪਰਮਿਟ ਕੀਤਾ that he will act upon such belief, then thereafter neither he nor his representative shall be allowed in any suit or proceeding between himself and such person or his representative to deny the truth of that thing। आओ जी इसनू एक एग्जाम्पल ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, which is a part of section number 115। ਇਸ ਐਗਜ਼ਾਮਪਲ ਦੇ ਵਿੱਚ ਕੀ ਆ, A ਨੇ intentionally and falsely lead B to believe that certain land belongs to A। A ਨੇ ਇੰਟੈਂਸ਼ਨਲੀ ਤੇ ਝੂਠ ਬੋਲ ਕੇ B ਨੂੰ ਇਸ ਗੱਲ ਨੂੰ ਮਜਬੂਰ ਕਰ ਦਿੱਤਾ ਮੰਨਣ ਦੇ ਉੱਤੇ ਕਿ ਇੱਕ ਲੈਂਡ ਜਿਹੜੀ ਆ ਉਹ A ਦੀ ਲੈਂਡ ਆ, ਐਂਡ thereby he induces B, ਤੇ ਉਹਨੇ B ਨੂੰ ਇੰਡਿਊਸ ਕੀਤਾ to buy and pay for it, ਕਿ ਇਹ ਲੈਂਡ ਮੇਰੇ ਕੋਲ ਖਰੀਦ ਲਓ ਤੇ ਇਸ ਲੈਂਡ ਦੇ ਮੈਨੂੰ ਪੈਸੇ ਦੇ ਦਿਓ। A was not the owner of that particular land। ਪਰ ਹੋਇਆ ਕੀ, the land afterward becomes the property of A। ਕੁਝ ਸਮਾਂ ਬੀਤਣ ਤੋਂ ਬਾਅਦ ਵਿੱਚ ਉਹੀ ਲੈਂਡ ਜਿਹਦਾ ਉਹ ਕਿਸੇ ਟਾਈਮ ਦੇ ਉੱਤੇ ਮਾਲਕ ਨਹੀਂ ਸੀ ਹੈਗਾ, ਉਸ ਪ੍ਰਾਪਰਟੀ ਦਾ ਮਾਲਕ ਬਣ ਗਿਆ। that land becomes the property of A। ਤੇ ਹੁਣ A ਦੀ ਨੀਅਤ ਬਦਲ ਗਈ। ਹੁਣ A ਕੀ ਚਾਹੁੰਦਾ ਏ, ਉਸ ਸੇਲ ਨੂੰ ਸੈਟ ਅਸਾਈਡ ਕਰਾਉਣਾ ਚਾਹੁੰਦਾ ਏ। ਕਿਸ ਗਰਾਊਂਡ ਦੇ ਉੱਤੇ, ਇਸ ਗਰਾਊਂਡ ਦੇ ਉੱਤੇ ਕਿ ਜਦੋਂ ਮੈਂ ਸੇਲ ਕੀਤੀ ਸੀ ਇਹ ਲੈਂਡ B ਨੂੰ, ਮੇਰੇ ਕੋਲ ਤਾਂ ਪ੍ਰਾਪਰਟੀ ਦਾ ਟਾਈਟਲ ਨਹੀਂ ਸੀ ਹੈਗਾ। I was not the owner of the property, so how I can sell the property to B। तो ਸੈਕਸ਼ਨ 115 ਦਾ ਇੱਥੇ ਪ੍ਰਿੰਸੀਪਲ ਅਪਲਾਈ ਹੋਏਗਾ। ਇੱਥੇ A ਨੂੰ ਅਲਾਉਡ ਨਹੀਂ ਹੋਏਗਾ ਕਿ ਉਹ ਕੋਰਟ ਦੇ ਵਿੱਚ ਇਹ ਗੱਲ ਕਵੇ ਕਿ ਮੇਰੇ ਕੋਲ ਤਾਂ ਟਾਈਟਲ ਨਹੀਂ ਹੈਗਾ। ਕੋਰਟ ਨੇ ਇੱਕ ਗੱਲ ਪੁੱਛਣੀ ਕਿ ਜਦੋਂ ਪਹਿਲਾਂ ਤੁਸੀਂ A ਨੇ B ਨੂੰ ਪ੍ਰਾਪਰਟੀ ਵੇਚੀ ਸੀ, ਤੁਸੀਂ ਇਹ ਗੱਲ ਉਹਨੂੰ ਕਹੀ ਸੀ that you are the owner of this particular property। ਇਹਨੇ ਕਹਿਣਾ ਯੈਸ ਮੈਂ ਕਿਹਾ ਸੀ, ਪਰ ਸਰ ਮੈਂ ਉਦੋਂ ਓਨਰ ਦੀ, ਕੋਰਟ ਨੇ ਕਹਿਣਾ ਇੱਕ ਗੱਲ ਹੈਗੀ ਤੁਸੀਂ ਓਨਰ ਹੈਗੇ ਸੀ ਜਾਂ ਨਹੀਂ ਸੀ ਹੈਗੇ, ਇਟ ਇਜ਼ ਨਾਟ ਰੈਲੀਵੈਂਟ। ਸੈਕਸ਼ਨ 115 ਦਾ ਸਟੋਪਲ ਦਾ ਪ੍ਰਿੰਸੀਪਲ ਤੁਹਾਡੇ ਖਿਲਾਫ ਹੋਊਗਾ। ਯੂ ਆਰ ਨਾਟ ਅਲਾਉਡ ਟੂ ਪ੍ਰੂਫ ਹਿਸ ਵਾਂਟ ਆਫ ਟਾਈਟਲ। ਤੁਸੀਂ ਇਹ ਨਹੀਂ ਹੁਣ ਕਹਿ ਸਕਦੇ ਕਿ ਤੁਸੀਂ ਉਦੋਂ ਓਨਰ ਨਹੀਂ ਸੀ ਹੈਗੇ। ਅਗਰ ਤੁਸੀਂ B ਨੂੰ ਇਹ ਡਿਕਲੇਅਰ ਕਰ ਦਿੱਤਾ ਸੀ that you are the owner of that particular property, ਭਾਵੇਂ ਤੁਸੀਂ ਉਹਦੇ ਮਾਲਕ ਨਹੀਂ ਸੀ ਹੈਗੇ, ਹੁਣ ਕੱਲ ਇਨ ਫਿਊਚਰ ਦੇ ਵਿੱਚ ਤੁਸੀਂ ਉਸ ਪ੍ਰਾਪਰਟੀ ਦੇ ਮਾਲਕ ਬਣ ਜਾਂਦੇ ਹੋ ਤੇ ਤੁਹਾਨੂੰ ਇਹ ਪ੍ਰਾਪਰਟੀ B ਨੂੰ ਦੇਣੀ ਪੈਣੀ ਆ, ਕਿਉਂਕਿ ਤੁਸੀਂ ਆਪਣੀ ਪਿਛਲੀ ਸਟੇਟਮੈਂਟ ਦੇ ਨਾਲ ਬਾਉਂਡ ਹੋਗੇ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ ਨੰਬਰ 115। ਸੈਕਸ਼ਨ 115 ਨੂੰ ਮੈਂ ਦੁਬਾਰਾ ਰਿਪੀਟ ਕਰ ਦੇਣਾ। What is the principle of estoppel? When one person has, by his declaration, act or omission, intentionally caused or permitted another person to believe a thing to be true and to act upon such belief, then thereafter neither he nor his representative shall be allowed in any suit। किसी सूट ਦੇ ਵਿੱਚ ਉਹਨਾਂ ਨੂੰ ਪਰਮਿਟ ਨਹੀਂ ਹੋਊਗਾ ਕਿ ਉਹ ਉਸ ਗੱਲ ਤੋਂ ਮੁੱਕਰ ਜਾਣ, ਤੇ ਜਾਂ ਕਿਸੇ ਪ੍ਰੋਸੀਡਿੰਗ ਸਿਵਲ ਵੀ ਪ੍ਰੋਸੀਡਿੰਗ ਹੋ ਸਕਦੀ ਹੈ, ਕ੍ਰਿਮੀਨਲ ਪ੍ਰੋਸੀਡਿੰਗ ਵੀ ਹੋ ਸਕਦੀ ਹੈ। ठीक है जी। neither he nor his representative shall be allowed in any suit or proceeding between himself and such person or his representative to deny the truth of that thing। illustration I think ਤੁਹਾਨੂੰ ਸਮਝ ਲੱਗ ਗਈ ਹੈ। ਹੁਣ ਉਸ ਤੋਂ ਬਾਅਦ ਵਿੱਚ ਸੈਕਸ਼ਨ 115 ਤੋਂ ਬਾਅਦ ਵਿੱਚ ਹੁਣ ਡਿਸਕਸ਼ਨ ਕਰਦੇ ਹਾਂ ਸੈਕਸ਼ਨ 116 ਦੇ ਬਾਰੇ। ਸੈਕਸ਼ਨ 116 ਨੂੰ ਵੀ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਇੱਕ ਐਗਜ਼ਾਮਪਲ ਦੇਣੀ ਪੈਣੀ ਹੈ। ਮੰਨ ਲਓ A ਨੇ B ਦੇ ਕੋਲੋਂ ਇੱਕ ਲੈਂਡ ਕਿਰਾਏ ਤੇ ਲੈ ਲਈ। A ਨੇ B ਦੇ ਕੋਲੋਂ ਇੱਕ ਲੈਂਡ ਕਿਰਾਏ ਤੇ ਲੈ ਲਈ, ਤੇ ਜਾਂ A ਨੇ B ਦੇ ਕੋਲੋਂ ਇੱਕ ਲੈਂਡ ਲਾਇਸੈਂਸ ਤੇ ਲੈ ਲਈ। ਸੈਕਸ਼ਨ 116 ਕੀ ਕਹਿ ਰਿਹਾ ਵਾ ਕਿ ਅਗਰ ਮੰਨ ਲਓ ਇੱਕ ਵਿਅਕਤੀ ਦੂਸਰੇ ਵਿਅਕਤੀ ਦੇ ਕੋਲੋਂ ਕੋਈ ਲੈਂਡ ਇਮੂਵੇਬਲ ਪ੍ਰਾਪਰਟੀ ਕਿਰਾਏ ਤੇ ਲੈਂਦਾ ਏ ਜਾਂ ਲਾਇਸੈਂਸ ਤੇ ਲੈਂਦਾ ਏ, ਬਾਅਦ ਵਿੱਚ ਇਨ ਫਿਊਚਰ ਦੇ ਵਿੱਚ ਉਹ ਇਹ ਨਹੀਂ ਕਹਿ ਸਕਦਾ ਕਿ ਜਿਸ ਵਿਅਕਤੀ ਦੇ ਕੋਲੋਂ ਉਹਨੇ ਉਹ ਇਮੂਵੇਬਲ ਪ੍ਰਾਪਰਟੀ ਕਿਰਾਏ ਤੇ ਲਿੱਤੀ ਆ ਤੇ ਜਾਂ ਉਹ ਇਮੂਵੇਬਲ ਪ੍ਰਾਪਰਟੀ ਲਾਇਸੈਂਸ ਦੇ ਉੱਤੇ ਲਿੱਤੀ ਆ, ਉਸ ਪ੍ਰਾਪਰਟੀ ਦਾ ਮਾਲਕ ਨਹੀਂ ਹੈਗਾ। ਹੋਰ ਕੋਈ ਕਹਿ ਦੇਵੇ ਤਾਂ ਕਹਿ ਦੇਵੇ, ਬਟ ਟੈਨੈਂਟ ਤੇ ਲਾਇਸੈਂਸੀ ਆਰ ਸਟਾਪਡ ਫਰੋਮ ਡਿਨਾਈਂਗ ਦਾ ਟਾਈਟਲ ਆਫ ਦੀ ਪਰਸਨ from whom they got the tenancy or from whom they got the license in respect of that immovable property। ठीक है ना। कल वो ये नहीं कह सकते that you was not the owner of that particular property from the very beginning of the tenancy or from the very beginning of licensee। ਜਦੋਂ tenancy ਸ਼ੁਰੂ ਹੋਈ ਸੀ, ਜਦੋਂ ਲਾਇਸੈਂਸ ਸ਼ੁਰੂ ਹੋਇਆ ਸੀ, ਜੇ ਫਿਰ ਉਹ ਓਨਰ ਨਹੀਂ ਹੈਗਾ ਸੀ ਤੇ ਤੁਸੀਂ ਉਹਦੇ ਕੋਲ
ਕਿੱਦਾਂ ਉਹ ਪ੍ਰਾਪਰਟੀ ਮਤਲਬ ਟੈਨੈਂਸੀ ਦੇ ਵਿੱਚ ਲੈ ਲਈ ਜਾਂ ਲਾਇਸੈਂਸ ਦੇ ਉੱਤੇ ਲੈ ਲਈ, that will be the question। तो ਸੈਕਸ਼ਨ 116 ਦੇ ਵਿੱਚ ਟੈਨੈਂਟ ਤੇ ਲਾਇਸੈਂਸੀ ਨੂੰ ਸਟਾਪ ਕੀਤਾ ਹੈ ਕਿ ਜਿਹੜਾ ਵਿਅਕਤੀ ਜਦੋਂ ਟੈਨੈਂਸੀ ਸ਼ੁਰੂ ਹੋਈ ਸੀ ਜਾਂ ਲਾਇਸੈਂਸ ਸ਼ੁਰੂ ਹੋਇਆ ਸੀ, ਜਿਹਦੇ ਕੋਲੋਂ ਉਹਨਾਂ ਨੇ ਇਹ ਟੈਨੈਂਸੀ ਜਾਂ ਲਾਇਸੈਂਸ ਲਿੱਤਾ ਹੈ, ਉਹਨਾਂ ਦੇ ਟਾਈਟਲ ਨੂੰ ਡਿਨਾਈ ਨਹੀਂ ਕਰ ਸਕਦੇ। ਸੋ ਦਿਸ ਇਜ਼ ਕੰਟੇਨਡ ਇਨ ਸੈਕਸ਼ਨ 116। तो एक बार मैं पढ़ा देना। नो टेनेंट ऑफ इमूवेबल प्रॉपर्टी और पर्सन क्लेमिंग थ्रू सच टेनेंट, अगर मान लो टेनेंट ने अगे सब टेनेंट रखा होया वा ਤੇ ਉਸ ਨੂੰ ਆਪਾਂ ਕਹਿ ਸਕਦੇ ਹਾਂ ਪਰਸਨ ਕਲੇਮਿੰਗ ਥਰੂ ਸਚ ਟੈਨੈਂਟ, ਤੇ ਜਾਂ ਉਹਦਾ ਕੋਈ ਲੀਗਲ ਰਿਪਰੈਜ਼ੈਂਟੇਟਿਵ ਟੈਨੈਂਟ ਦਾ, ਉਹਦਾ ਮੁੰਡਾ ਹੋ ਗਿਆ ਜਾਂ ਕੋਈ ਹੋਰ ਵਿਅਕਤੀ ਹੋ ਗਿਆ, ਤੇ ਨਾ ਹੀ ਇਮੂਵੇਬਲ ਪ੍ਰਾਪਰਟੀ ਦਾ ਟੈਨੈਂਟ ਔਰ ਪਰਸਨ ਕਲੇਮਿੰਗ ਥਰੂ ਸਚ ਟੈਨੈਂਟ ਸ਼ੈਲ ਡਿਊਰਿੰਗ ਦ ਕੰਟੀਨਿਊਸ ਆਫ ਟੈਨੈਂਸੀ, ਇਟ ਇਜ਼ ਵੈਰੀ ਇੰਪੋਰਟੈਂਟ, ਜਿੰਨੀ ਦੇਰ ਤੱਕ ਇਹ ਟੈਨੈਂਸੀ ਚੱਲਦੀ ਪਈ ਹੈ। ਸੈਕਸ਼ਨ 116 ਕਦੋਂ ਅਪਲਾਈ ਹੋਊਗਾ? ਡਿਊਰਿੰਗ ਦ ਕੰਟੀਨਿਊਸ ਆਫ ਟੈਨੈਂਸੀ। be permitted to deny the land be deny be permitted to deny that the landlord of such tenant had at the beginning of the tenancy a title to such immovable property। अगर कोई भी immovable property ਦਾ tenant और person claiming through such tenant ਇਹ ਗੱਲ ਕਹਿੰਦਾ ਹੈ during the tenancy ਕਿ ਜੋ landlord ਹੈਗਾ ਏ ਉਹ ਉਸ ਇਮੂਵੇਬਲ ਪ੍ਰਾਪਰਟੀ ਦਾ ਮਾਲਕ ਨਹੀਂ ਹੈਗਾ, ਉਸ ਵਿਅਕਤੀ ਨੂੰ ਰੋਕ ਦਿੱਤਾ ਜਾਊਗਾ, ਉਹਦੇ ਖਿਲਾਫ ਪ੍ਰਿੰਸੀਪਲ ਆਫ ਇਸਟੋਪਲ ਅਪਲਾਈ ਹੋਏਗਾ। ਉਹ ਇਹ ਨਹੀਂ ਕਹਿ ਸਕਦਾ ਕਿ ਜੋ ਲੈਂਡਲੋਰਡ ਹੈਗਾ ਏ ਉਹ ਉਸ ਇਮੂਵੇਬਲ ਪ੍ਰਾਪਰਟੀ ਦਾ ਮਾਲਕ ਨਹੀਂ ਸੀ ਹੈਗਾ ਐਟ ਦ ਬਿਗਨਿੰਗ ਆਫ ਟੈਨੈਂਸੀ। ਸੋ ਆਈ ਵਾਂਟ ਟੂ ਰਿਪੀਟ, no tenant of immovable property or person claiming through such tenant shall during the continuance of tenancy be permitted to deny that the landlord of such tenant had at the beginning of the tenancy a title to such immovable property। so this is something about tenancy। ਹੁਣ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਲਾਇਸੈਂਸ। ਤਾਂ ਲਾਇਸੈਂਸ ਕੀ ਹੁੰਦਾ ਹੈ ਕਿ ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਇਮੂਵੇਬਲ ਪ੍ਰਾਪਰਟੀ ਦੇ ਕੁਝ ਕੰਮ ਕਰਨ ਦੇ ਲਈ ਪਰਮਿਸ਼ਨ ਦਿੰਦਾ ਹੈ, that is called license। and no person who came upon any immovable property, ਅਗਰ ਕੋਈ ਵਿਅਕਤੀ ਕਿਸੇ ਇਮੂਵੇਬਲ ਪ੍ਰਾਪਰਟੀ ਦੇ ਵਿੱਚ ਆਇਆ ਬਾਈ ਦਾ ਲਾਇਸੈਂਸ ਆਫ ਦੀ ਪਰਸਨ ਇਨ ਪੋਜੈਸ਼ਨ ਦੇਅਰਆਫ, ਉਸ ਵਿਅਕਤੀ ਦੇ ਕੋਲੋਂ ਲਾਇਸੈਂਸ ਲੈ ਕੇ ਆਇਆ ਜਿਸ ਵਿਅਕਤੀ ਦੇ ਕੋਲ ਉਸ ਇਮੂਵੇਬਲ ਪ੍ਰਾਪਰਟੀ ਦਾ ਕਬਜ਼ਾ ਹੈਗਾ ਸੀ, ਸ਼ੈਲ ਬੀ ਪਰਮਿਟਡ ਟੂ ਡਿਨਾਈ, ਤੇ ਉਸ ਨੂੰ ਪਰਮਿਟ ਨਹੀਂ ਕੀਤਾ ਜਾਊਗਾ ਡਿਨਾਈ ਕਰਨ ਦੇ ਲਈ that such person had a title to such possession at the time when such license was given। तो ਉਹ ਲਾਇਸੈਂਸੀ ਵੀ ਇਹ ਨਹੀਂ ਕਹਿ ਸਕਦਾ ਕਿ ਜਿਸ ਵਿਅਕਤੀ ਦੇ ਕੋਲ ਉਸ ਪ੍ਰਾਪਰਟੀ ਦੀ ਪੋਜੈਸ਼ਨ ਸੀ ਉਸ ਵਿਅਕਤੀ ਦੇ ਕੋਲ ਉਸ ਪ੍ਰਾਪਰਟੀ ਦਾ ਟਾਈਟਲ ਨਹੀਂ ਸੀ ਹੈਗਾ। ਕਹਿਣ ਦਾ ਮਤਲਬ ਟੈਨੈਂਟ ਤੇ ਲਾਇਸੈਂਸੀ ਨੂੰ ਰੋਕਿਆ ਗਿਆ ਵਾ ਟੂ ਡਿਸਪਿਊਟ ਦੀ ਟਾਈਟਲ ਟੂ ਦੀ ਇਮੂਵੇਬਲ ਪ੍ਰਾਪਰਟੀ ਆਫ ਦੀ ਪਰਸਨ ਫਰੋਮ whom the tenancy has been taken or from whom the license of the immovable property has been taken। section 116 ਨੂੰ ਇੱਕ ਵਾਰ ਰਿਪੀਟ ਕਰਵਾ ਦਿੰਦਾ। estoppel of tenant and of licensee of person in possession, no tenant of immovable property or person claiming through such tenant shall during the continuance of tenancy be permitted to deny that landlord of such tenant had at the beginning of the tenancy a title to such immovable property। and no person who came upon any immovable property by the license of the person in possession thereof shall be permitted to deny that such person had a title to such possession at the time when such license was given। so this is something about section 116। ਉਸ ਤੋਂ ਬਾਅਦ ਵਿੱਚ ਅਸੀਂ ਗੱਲ ਕਰਦੇ ਹਾਂ ਸੈਕਸ਼ਨ ਨੰਬਰ 117 ਦੇ ਬਾਰੇ। ਸੈਕਸ਼ਨ 117 ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਟ ਇਜ਼ ਵੈਰੀ ਇੰਪੋਰਟੈਂਟ ਫॉर ਮੀ ਕਿ ਮੈਂ ਤੁਹਾਨੂੰ ਕੁਝ ਟਰਮੀਨੋਲੋਜੀ ਜਿਹੜੀਆਂ ਇਹਦੇ ਵਿੱਚ ਵਰਤੀਆਂ ਗਈਆਂ ਨੇ ਉਹਨਾਂ ਦਾ ਮਤਲਬ ਦੱਸਦਾ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਬਿੱਲ ਆਫ ਐਕਸਚੇਂਜ। ਵਾਟ ਇਜ਼ ਦ ਮੀਨਿੰਗ ਆਫ ਬਿੱਲ ਆਫ ਐਕਸਚੇਂਜ? ਮੰਨ ਲਓ ਏ ਨੇ ਬੀ ਦੇ ਕੋਲੋਂ ਪੈਸੇ ਲੈਣੇ ਆ, ਏ ਨੇ ਬੀ ਦੇ ਕੋਲੋਂ ਪੈਸੇ ਲੈਣੇ ਆ ਤੇ ਏ ਨੇ ਇੱਕ ਬਿੱਲ ਡਰਾ ਕੀਤਾ ਜਿਹਦੇ ਵਿੱਚ ਬੀ ਨੂੰ ਆਰਡਰ ਦਿੱਤਾ ਕਿ ਇਸ ਪਾਰਟਿਕੂਲਰ ਡੇਟ ਨੂੰ ਤੁਸੀਂ ਮੇਰੇ ਇੰਨੇ ਪੈਸੇ ਦੇ ਦਿੰਦੇ ਹੋ। ਫੋਰ ਐਗਜ਼ਾਮਪਲ ਏ ਨੇ ਬੀ ਦੇ ਕੋਲੋਂ 5 ਲੱਖ ਰੁਪਏ ਲੈਣਾ ਸੀ, ਉਹਨੇ ਇੱਕ ਬਿੱਲ ਡਰਾ ਕੀਤਾ, ਬਿੱਲ ਡਰਾ ਕੀਤਾ ਕਿਹਨੇ? ਏ ਨੇ ਡਰਾ ਕੀਤਾ। ਏ ਕੀ ਹੋਊਗਾ? ਉਸ ਬਿੱਲ ਦਾ ਡਰਾਰ ਹੋਊਗਾ ਤੇ ਬੀ ਨੇ ਉਸ ਬਿੱਲ ਨੂੰ ਐਕਸੈਪਟ ਕਰਨਾ ਵਾ that I will pay the amount ਜੋ ਕਿ ਬਿੱਲ ਆਫ ਐਕਸਚੇਂਜ ਦੇ ਵਿੱਚ
लिखी हुई आ ਤੁਹਾਨੂੰ ਪੈਸੇ ਦਊਂਗਾ। ਠੀਕ ਹੈ ਨਾ। ਤੋ ਬਿੱਲ ਆਫ ਐਕਸਚੇਂਜ ਕੀ ਹੋਊਗਾ, ਜਿਹਦੇ ਵਿੱਚ ਇੱਕ ਕ੍ਰੈਡੀਟਰ ਇੱਕ ਡੈਟਰ ਨੂੰ ਕਹਿੰਦਾ ਹੈ ਕਿ ਇਸ ਫਲਾਨੀ ਤਰੀਕ ਨੂੰ ਤੁਸੀਂ ਮੈਨੂੰ ਇੰਨੀ ਅਮਾਉਂਟ ਪੇ ਕਰਨੀ ਆ, ਜੋ ਕਿ ਤੁਹਾਡੀ ਪੇ ਕਰਨ ਵਾਲੀ ਹੈਗੀ। ਹੁਣ ਮੰਨ ਲਓ ਅਗਰ ਬਿੱਲ ਆਫ ਐਕਸਚੇਂਜ ਦੇ ਬੇਸਿਸ ਦੇ ਉੱਤੇ ਕੱਲ ਏ ਨੇ ਬੀ ਦੇ ਖਿਲਾਫ ਸਿਵਲ ਸੂਟ ਫਾਈਲ ਕਰ ਦਿੱਤਾ ਕਿ ਬੀ ਨੇ ਮੈਨੂੰ ਪੈਸੇ ਬਿੱਲ ਆਫ ਐਕਸਚੇਂਜ ਦੇ ਵਿੱਚ ਪ੍ਰੋਮਿਸਡ ਡੇਟ ਦੇ ਉੱਤੇ ਨਹੀਂ ਪੈਸੇ ਪੇ ਕੀਤੇ। ਕੱਲ ਉਸ ਕੇਸ ਦੇ ਵਿੱਚ ਬੀ ਦੇ ਉੱਤੇ ਇੱਕ ਸਟੋਪਲ ਅਪਲਾਈ ਹੋਏਗੀ। ਬੀ ਦੇ ਉੱਤੇ ਕੀ ਸਟੋਪਲ ਅਪਲਾਈ ਹੋਏਗੀ ਕਿ ਬੀ ਕੱਲ ਇਨ ਫਿਊਚਰ ਇਹ ਨਹੀਂ ਕਹਿ ਸਕਦਾ ਕਿ ਇਹ ਉਸ ਬਿੱਲ ਆਫ ਐਕਸਚੇਂਜ ਨੂੰ ਲਿਖਣ ਦੇ ਲਈ ਇੰਟਾਈਟਲ ਹੀ ਨਹੀਂ ਸੀ ਹੈਗਾ। that is very important. So no acceptor of a bill of exchange shall be permitted to deny that drawer had authority to draw such bill of exchange or to endorse it. ਤੇ ਹੁਣ ਦੂਸਰੇ ਨੰਬਰ ਤੇ ਬੇਲੀ ਦੇ ਬਾਰੇ ਦੱਸਣਾ। ਇੱਕ ਹੁੰਦੀ ਬੇਲਮੈਂਟ। ਇੰਡੀਅਨ ਕੰਟਰੈਕਟ 1872 ਦੇ ਵਿੱਚ ਬੇਲਮੈਂਟ ਦੇ ਬਾਰੇ ਜ਼ਿਕਰ ਕੀਤਾ ਹੋਇਆ ਹੈ। ਅਗਰ ਇਹਦੇ ਵਿੱਚ ਇਹ ਬੇਲਮੈਂਟ ਦੇ ਵਿੱਚ ਵੀ ਇਹਨੂੰ ਵੀ ਮੈਂ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਹਦਾ ਸਕੂਟਰ ਖਰਾਬ ਹੋ ਗਿਆ। ਇਹਨੇ ਸਕੂਟਰ ਨੂੰ ਠੀਕ ਕਰਵਾਉਣ ਦੇ ਲਈ ਇੱਕ ਮਕੈਨਿਕ ਨੂੰ ਆਪਣਾ ਸਕੂਟਰ ਦਿੱਤਾ ਫॉर द ਪਰਪਸ ਆਫ ਰਿਪੇਅਰਿੰਗ। ਤੋਂ ਰਿਪੇਅਰਿੰਗ ਤੋਂ ਬਾਅਦ ਵਿੱਚ ਉਹ ਰਿਪੇਅਰਿੰਗ ਦੇ ਪੈਸੇ ਵੀ ਦਊਗਾ ਤੇ ਇਟ ਵਿਲ ਬੀ ਦ ਡਿਊਟੀ ਆਫ ਬੀ ਕਿ ਰਿਪੇਅਰਿੰਗ ਕਰਨ ਤੋਂ ਬਾਅਦ ਵਿੱਚ ਉਸ ਸਕੂਟਰ ਨੂੰ ਵਾਪਸ ਕਰ ਦੇਣਾ ਵਾ ਏ ਨੂੰ। ਸੋ ਦਿਸ ਇਜ਼ ਦ ਕੰਟਰੈਕਟ ਆਫ ਬੇਲਮੈਂਟ। ਜਦੋਂ ਏ ਨੇ ਬੀ ਨੂੰ ਉਹ ਸਕੂਟਰ ਦਿੱਤਾ ਕੁਝ ਕੰਮ ਕਰਨ ਦੇ ਲਈ ਤੇ ਇਟ ਇਜ਼ ਅ ਡਿਊਟੀ ਆਫ ਬੀ ਕਿ ਉਸ ਕੰਮ ਨੂੰ ਕੰਪਲੀਟ ਕਰਨ ਤੋਂ ਬਾਅਦ ਵਿੱਚ ਉਹ ਸਕੂਟਰ ਵਾਪਸ ਕਰ ਦੇਣਾ ਵਾ ਏ ਨੂੰ। ਹੁਣ ਜਦੋਂ ਆਪਾਂ ਬੇਲਰ ਤੇ ਬੇਲੀ ਦੀ ਗੱਲ ਕਰੀਏ, ਕੱਲ ਇਨ ਫਿਊਚਰ ਬੇਲੀ ਇਹ ਨਹੀਂ ਕਹਿ ਸਕਦਾ ਕਿ ਬੇਲਰ ਦੇ ਕੋਲ ਤਾਂ ਰਾਈਟ ਹੀ ਨਹੀਂ ਹੈਗਾ ਸੀ ਉਸ ਸਕੂਟਰ ਦੇ ਉੱਤੇ, ਉਹ ਤਾਂ ਬੇਲਮੈਂਟ ਕਰ ਹੀ ਨਹੀਂ ਸੀ ਸਕਦਾ। ਤੋ ਹੀ ਕੈਨੋਟ ਸੇ ਦਿਸ ਸਟੇਟਮੈਂਟ। ਉਹ ਕੋਰਟ ਦੇ ਵਿੱਚ ਇਹ ਨਹੀਂ ਕਹਿ ਸਕਦਾ ਕਿ ਬੇਲਰ ਤਾਂ ਉਸ ਬੇਲਮੈਂਟ ਨੂੰ ਕਰਨ ਦੇ ਲਈ ਇੰਟਾਈਟਲ ਹੀ ਨਹੀਂ ਸੀ ਹੈਗਾ। ਚਾਹੇ ਉਹ ਇੰਟਾਈਟਲ ਨਾ ਹੋਵੇ, ਉਹ ਗੱਲ ਵੱਖਰੀ ਆ, ਕੋਈ ਹੋਰ ਬੰਦਾ ਭਾਵੇਂ ਕਹਿ ਦੇਵੇ, ਪਰ ਬੇਲੀ ਨਹੀਂ ਕਹਿ ਸਕਦਾ। ਉਸੇ ਤਰੀਕੇ ਦੇ ਨਾਲ ਜਦੋਂ ਲਾਇਸੈਂਸ ਦਿੱਤਾ ਜਾਂਦਾ ਹੈ ਕਿਸੇ ਪ੍ਰਾਪਰਟੀ ਨੂੰ ਵਰਤਣ ਦੇ ਲਈ, ਤੇ ਲਾਇਸੈਂਸੀ ਵੀ ਇਹ ਨਹੀਂ ਕਹਿ ਸਕਦਾ ਕਿ ਲਾਇਸੈਂਸਰ ਦੇ ਕੋਲ, ਜਿਸ ਵਿਅਕਤੀ ਨੇ ਉਸ ਨੂੰ ਲਾਇਸੈਂਸ ਦਿੱਤਾ ਵਾ, ਉਹ ਤਾਂ ਲਾਇਸੈਂਸ ਦੇਣ ਦੇ ਲਈ ਇੰਟਾਈਟਲ ਹੀ ਨਹੀਂ ਸੀ ਹੈਗਾ। ਠੀਕ ਹੈ ਨਾ। ਸੋ ਦਿਸ ਇਜ਼ ਸਮਥਿੰਗ ਅਬਾਊਟ which is written in section number 117। ਉਹਦੀ ਐਕਸਪਲੇਨੇਸ਼ਨ 1 ਤੇ 2 ਵੀ ਮੈਂ ਤੁਹਾਨੂੰ ਪੜਾਉਂਗਾ। ਆਓ ਜੀ ਪਹਿਲਾਂ ਸੈਕਸ਼ਨ 117 ਦਾ ਪਹਿਲਾ ਪੈਰਾ ਪੜ੍ਹੀਏ। No acceptor of a bill of exchange shall be permitted to deny that a drawer had authority to draw such bill of exchange or to endorse it। ਤੇ ਉਸੇ ਤਰੀਕੇ ਦੇ ਨਾਲ nor shall any ਬੇਲੀ, ਨਾ ਹੀ ਕੋਈ ਬੇਲੀ ਨਾ ਹੀ ਕੋਈ ਲਾਇਸੈਂਸੀ ਨੂੰ ਪਰਮਿਟ ਕੀਤਾ ਜਾਊਗਾ ਟੂ ਡਿਨਾਈ ਕਰਨ ਦੇ ਲਈ that is bailor or licensor had at the time when the bailment or license commenced। ਉਸ ਸਮੇਂ ਜਦੋਂ ਬੇਲਮੈਂਟ ਜਾਂ ਲਾਇਸੈਂਸ ਸ਼ੁਰੂ ਹੋਇਆ ਸੀ, ਉਹਨਾਂ ਦੇ ਕੋਲ ਅਥਾਰਟੀ ਨਹੀਂ ਸੀ ਹੈਗੀ, not the authority to make such bailment or grant such license। ਉਹ ਇਸ ਤਰੀਕੇ ਦੇ ਨਾਲ ਨਹੀਂ ਕਹਿ ਸਕਦੇ। I want to repeat section 117। No acceptor of a bill of exchange shall be permitted to deny that the drawer had authority to draw such bill or to endorse it, nor shall any bailee or licensee be permitted to deny that his bailor or licenser had at the time when the bailment or license commenced authority to make such bailment or grant such license। ਹੁਣ ਆਓ ਜੀ ਦੋ ਐਕਸਪਲੇਨੇਸ਼ਨਸ ਨੇ ਜੋ ਕਿ ਸੈਕਸ਼ਨ 117 ਨੂੰ ਕਲੈਰੀਫਾਈ ਕਰਦੀਆਂ ਨੇ। ਹੁਣ ਜਦੋਂ ਅਸੀਂ ਬਿੱਲ ਆਫ ਐਕਸਚੇਂਜ ਦੇ ਬਾਰੇ ਪੜ੍ਹਿਆ ਸੀ, ਐਕਸੈਪਟਰ ਕਿਸ ਚੀਜ਼ ਨੂੰ ਨਹੀਂ ਕਹਿ ਸਕਦਾ। ਐਕਸੈਪਟਰ ਇਹ ਨਹੀਂ ਕਹਿ ਸਕਦਾ ਕਿ ਜਿਹੜਾ ਡਰਾਅਰ ਹੈਗਾ ਵਾ ਉਹਦੇ ਕੋਲ ਅਥਾਰਟੀ ਬਿੱਲ ਨੂੰ ਡਰਾ ਕਰਨ ਦੇ ਲਈ ਨਹੀਂ ਸੀ ਹੈਗੀ, ਪਰ ਇਹ ਤਾਂ ਕਹਿ ਸਕਦਾ ਨਾ ਕਿ ਜੋ ਬਿੱਲ ਦਾ ਡਰਾਅਰ ਹੈਗਾ ਵਾ ਉਹ ਵੱਖਰਾ ਬੰਦਾ ਸੀ ਤੇ ਜੋ ਪਲੇਂਟਿਫ ਹੈਗਾ ਉਹ ਵੱਖਰਾ ਵਾ। ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਬਿੱਲ ਆਫ ਐਕਸਚੇਂਜ ਐਗਜ਼ੀਕਿਊਟ ਹੋਇਆ ਸੀ ਏ ਤੇ ਬੀ ਦੇ ਦਰਮਿਆਨ, ਪਰ ਸਿਵਲ ਸੂਟ ਫਾਈਲ ਕਰ ਦਿੱਤਾ ਜਾਂਦਾ ਸੀ ਦੇ ਦੁਆਰਾ। ਸੀਏ ਕਹਿੰਦਾ ਵਾ ਡੈਟ ਆਈ ਐਮ ਦੀ ਡਰਾਅਰ ਆਫ ਦੀ ਬਿੱਲ, ਤੇ ਉਸ ਟਾਈਮ ਦੇ ਉੱਤੇ ਬਿੱਲ ਆਫ ਐਕਸਚੇਂਜ ਦਾ ਐਕਸੈਪਟਰ ਇਹ ਡਿਨਾਈ ਕਰ ਸਕਦਾ ਏ ਕਿ ਜੋ ਡਰਾਅਰ ਹੈਗਾ ਸੀ ਉਹ ਏ ਹੈਗਾ ਸੀ, ਨਾ ਕਿ ਸੀ ਹੈਗਾ ਸੀ। तो explanation number 1 clarify यही करदा, the acceptor of a bill of exchange may deny that bill was really drawn by the person by whom it purport to have been drawn। कि इस bill of exchange ਨੂੰ C ਨੇ draw ਨਹੀਂ ਸੀ ਕੀਤਾ, ਇਸ bill of exchange ਨੂੰ A ਨੇ draw ਕੀਤਾ ਸੀ। acceptor ਇਸ ਚੀਜ਼ ਦੇ ਉੱਤੇ deny ਕਰ ਸਕਦਾ ਹੈ ਕਿ C was not the drawer of the bill
ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ, ਪਰ ਆਈਡੈਂਟੀਟੀ ਨੂੰ ਤਾਂ ਚੈਲੰਜ ਕਰ ਸਕਦਾ ਨਾ। ਤੋ ਸੈਕਸ਼ਨ 117 ਦੇ ਪਹਿਲੇ ਪੈਰੇ ਦੇ ਵਿੱਚ ਇਹ ਗੱਲ ਕੀਤੀ ਗਈ ਆ ਕਿ ਐਕਸੈਪਟਰ ਬਿੱਲ ਆਫ ਐਕਸਚੇਂਜ ਦੇ ਡਰਾਅਰ ਦੀ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ। ਪਰ ਐਕਸਪਲੇਨੇਸ਼ਨ ਨੰਬਰ 1 ਦੇ ਵਿੱਚ ਇਹ ਗੱਲ ਕਲੈਰੀਫਾਈ ਕਰ ਦਿੱਤੀ ਆ ਕਿ ਐਕਸੈਪਟਰ ਆਫ ਅ ਬਿੱਲ ਆਫ ਐਕਸਚੇਂਜ ਕੈਨ ਡਿਨਾਈ the identity of the drawer of the bill of exchange. तो explanation number 1 मैं दोबारा रिपीट कर देना, the acceptor of a bill of exchange may deny that the bill was really drawn by the person by whom it purport to have been drawn. तो explanation number 2 ਦੇ ਵਿੱਚ ਕੀ ਕਿਹਾ ਹੈ, ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ A ਨੇ B ਨੂੰ ਸਕੂਟਰ ਰਿਪੇਅਰ ਕਰਵਾਉਣ ਦੇ ਲਈ ਦੇ ਦਿੱਤਾ। ਜਦੋਂ ਸਕੂਟਰ ਰਿਪੇਅਰ ਕਰਵਾਉਣ ਦੇ ਲਈ ਦੇ ਦਿੱਤਾ, ਉਸ ਤੋਂ ਬਾਅਦ C ਆਇਆ, C ਕਹਿੰਦਾ ਕਿ ਸਕੂਟਰ ਰਿਪੇਅਰ ਹੋ ਗਿਆ, ਉਹ ਕਹਿੰਦਾ ਹਾਂਜੀ ਹੋ ਗਿਆ। ਕਹਿੰਦਾ ਭਾਜੀ ਮੈਨੂੰ ਤਾਂ ਜਿਹੜਾ ਸਕੂਟਰ ਇਹ ਭਾਜੀ ਦੇਖ ਗਏ ਸੀ, ਤੁਸੀਂ ਕਿੱਥੋਂ ਆ ਗਏ? ਕਹਿੰਦਾ ਦੇਖੋ ਜੀ ਮੈਂ ਮਾਲਕ ਹੈਗਾ ਵਾਂ, ਆਹ ਦੇਖੋ ਆਰਸੀ ਮੇਰੇ ਨਾਮ ਦੇ ਉੱਤੇ ਹੈਗੀ ਹੈ। ਤੇ ਬੇਲੀ ਨੇ ਬਾਅਦ ਵਿੱਚ ਸਕੂਟਰ ਕੀ ਕਰ ਦਿੱਤਾ, ਸੀ ਨੂੰ ਦੇ ਦਿੱਤਾ, ਤੇ ਬੇਲਰ ਨੇ ਫਿਰ ਬਾਅਦ ਵਿੱਚ ਬੇਲੀ ਦੇ ਖਿਲਾਫ ਦਾਵਾ ਫਾਈਲ ਕਰ ਦਿੱਤਾ ਕਿ ਇਹਨੇ ਮੈਨੂੰ ਸਕੂਟਰ ਵਾਪਸ ਨਹੀਂ ਦਿੱਤਾ। ਉਸ ਕੇਸ ਦੇ ਵਿੱਚ ਬੇਲੀ ਇਹ ਗੱਲ ਕਹਿ ਸਕਦਾ ਹੈ ਕਿ ਜਿਹੜਾ ਮੈਂ ਸੀ ਨੂੰ ਸਕੂਟਰ ਵਾਪਸ ਕੀਤਾ ਏ, ਉਹਦੇ ਕੋਲ ਉਸ ਪ੍ਰਾਪਰਟੀ ਦਾ ਟਾਈਟਲ ਸੀ, ਇਸ ਕਰਕੇ ਉਹਨੂੰ ਵਾਪਸ ਦਿੱਤਾ, ਉਹਦੇ ਕੋਲ ਰਾਈਟ ਤੁਹਾਡੇ ਕੰਪੈਰੀਟਿਵਲੀ ਜ਼ਿਆਦਾ ਹੈਗਾ ਸੀ। तो ਜਿਹੜਾ ਮਾਲਕ ਮੇਰੇ ਕੋਲ ਆ ਗਿਆ, ਉਹ ਮਾਲਕ ਨੂੰ ਮੈਂ ਕਿੱਥੇ ਪਹੁੰਚਾਵਾਂ ਦਾ। तो explanation number 2 ਕੀ ਕਹਿ ਰਿਹਾ, if a bailey deliver the goods billed to a person other than the bailor, ਅਗਰ ਬੇਲੀ ਉਸ ਨਾਲ ਗੁੱਡਸ ਨੂੰ ਵਾਪਸ ਕਰ ਦਿੰਦਾ ਏ ਬੇਲਰ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ, ਤਾਂ ਉਸ ਟਾਈਮ ਦੇ ਉੱਤੇ ਬੇਲੀ ਪ੍ਰੂਫ ਕਰ ਸਕਦਾ ਏ ਕਿ ਜਿਸ ਵਿਅਕਤੀ ਨੂੰ ਉਹਨੇ ਗੁੱਡਸ ਡਿਲੀਵਰ ਕੀਤੀਆਂ ਨੇ ਉਹਦੇ ਕੋਲ ਉਸ ਪ੍ਰਾਪਰਟੀ ਦੇ ਉੱਤੇ ਰਾਈਟ ਹੈਗਾ ਸੀ ਬੇਲਰ ਦੇ ਖਿਲਾਫ ਵੀ। He may prove that such person had a right to them as against the builder. So this is something about section number 117. तो आज ਅਸੀਂ ਚੈਪਟਰ ਨੰਬਰ 8 ਸ਼ੁਰੂ ਕੀਤਾ ਤੇ ਚੈਪਟਰ ਨੰਬਰ 8 ਵੀ ਕੰਪਲੀਟ ਕਰ ਦਿੱਤਾ, ਤੇ ਅਗਲੇ ਲੈਕਚਰ ਦੇ ਵਿੱਚ ਅਸੀਂ ਸ਼ੁਰੂ ਕਰਾਂਗੇ ਚੈਪਟਰ ਨੰਬਰ 9 ਆਫ ਇੰਡੀਅਨ ਐਵੀਡੈਂਸ ਐਕਟ 1872. So thank you very much.